जो हमरी विद होती मेरा सतगुरा, सा विद तुम हर जानो आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन कीरा, जित मिलिया चुके सब सोग संतापे। एक ओंकार सतनाम, करता पुरख निर्भउ निर्वैर। सैभं गुर प्रसाद, जप आद सच जुगाद सच, है भी सच नानक होसी भी सच। आद सच जुगाद सच, है भी सच नानक होसी भी सच। वाहिगुरु जी का खालसा, वाहिगुरु जी की फतेह। परम सम्मानयोग जुगो जुग अकाल तख्त चौर छतर दे मालक सतगुरु श्री गुरु ग्रंथ साहिब महाराज पातशाह जी की पावन पवित्र हजूरी के अंदर गुरुद्वारा गुरु नानक सत्संग विखे शाम के समय सजे हुए दीवाना दे विच आप संगत हाजरियां भर के जीवन दे जो सतगुर महाराज जी ने कीमती सवास बख्शिश किए हैं, उन्होंने सवासां की पूंजी नूं आप जी सफला कर रहे हो। सतगुरु गुरु ग्रंथ साहिब महाराज जी ने बख्शिश की है कि सतगुरां दे इस पावन स्थान के उपर 3 वीक का जिहड़ा समा सतगुरु महाराज जी ने बख्शिश किया, और ये इतना लंबे समय दे विच मेरे मन दे विच भी विचार सी, और सतगुरु महाराज धन गुरु नानक देव जी की असी बख्शिश प्राप्त कर सकीए, क्योंकि असी पिछले सालों दे विच सतगुरु महाराज जी का 550 साला बनाया, ते घट तो घट गुरु नानक देव महाराज पातशाह जी की बाणी जपजी साहिब उसका उच्चारण, या इस तरह आखिए कि जपजी साहब जिहड़ा है एक तो उन्हें पढ़ना शुरू करिए, जेड़े पढ़ते ने वो उस तो अगले कदम ते जान उन्हें याद करना शुरू कर दें। जिन्होंने याद भी किया है वो इसका पाठ सुरती दे नाल टिक करके, क्योंकि बिना सुरती तो जो असी करांगे ते पाठ करदियां जो ध्यान आसे पासे होएगा ते असी बाणी दे जिहड़ा सी उच्चारण उन्हें भुल जाने आ,
ਫਿਰ ਸਾਨੂੰ ਇਹ ਵੀ ਨਹੀਂ ਚੇਤਾ ਰਹਿੰਦਾ ਕਿ ਅਸੀਂ ਕਿੱਥੇ ਪਾਠ ਕਰਦੇ ਪਏ ਸੀ। ਬਿਲਕੁਲ ਸੁਰਤੀ ਲਗਾ ਕੇ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ। ਫਿਰ ਚੌਥਾ ਇਹ ਕਿ ਅਸੀਂ ਉਸ ਬਾਣੀ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਹਿਰਦਾ ਹੈ ਬਾਣੀ, ਔਰ ਇੱਥੇ ਦਾਅਵਾ ਕੋਈ ਨਹੀਂ ਕਿ ਅਸੀਂ ਜੋ ਅਰਥ ਕਰਨੇ ਆ ਉਹ ਅਰਥ ਜਿਹੜੇ ਨੇ ਉਹ ਅਖੀਰਲੇ ਅਰਥ ਨੇ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸਭ ਤੋਂ ਜ਼ਿਆਦਾ ਟੀਕੇ ਜਿਹੜੇ ਨੇ ਉਹ ਵਿਦਵਾਨਾਂ ਨੇ ਕੀਤੇ ਨੇ। ਔਰ ਇਹ ਵੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਜਪਜੀ ਸਾਹਿਬ ਸਿੱਖ ਵਿਦਵਾਨਾਂ ਤੋਂ ਇਲਾਵਾ ਮੁਸਲਮਾਨ ਤੇ ਹਿੰਦੂ ਵਿਦਵਾਨਾਂ ਨੇ ਵੀ ਬਹੁਤ ਸਾਰਿਆਂ ਨੇ ਟੀਕੇ ਕੀਤੇ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ ਜਪਜੀ ਸਾਹਿਬ ਜੀ ਦੀ ਮਹਾਨਤਾ, ਜਿਨ੍ਹਾਂ ਨੇ ਜਪਜੀ ਸਾਹਿਬ ਪੜ੍ਹਿਆ ਉਹਨਾਂ ਨੂੰ ਕੀ ਪ੍ਰਾਪਤ ਹੋਇਆ, ਔਰ ਸਤਿਗੁਰੂ ਮਹਾਰਾਜ ਇਸ ਪਾਵਨ ਬਾਣੀ ਦੇ ਵਿੱਚ ਸਾਨੂੰ ਕੀ ਉਪਦੇਸ਼ ਦਿੰਦੇ ਨੇ, ਇਹਦੀ ਵਿਚਾਰ ਆਪਾਂ ਕੁਝ ਦਿਨਾਂ ਦੇ ਵਿੱਚ ਲਗਾਤਾਰ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜੇ ਸਮਾਂ ਬਖਸ਼ਿਆ ਹੈ ਤੇ ਉਹਦਾ ਆਪਾਂ ਲਾਭ ਲੈ ਸਕੀਏ। ਗੁਰੂ ਕਿਰਪਾ ਕਰੇ, ਆਪ ਸੰਗਤ ਅਸੀਸ ਬਖਸ਼ੋ, ਮਨ ਬਿਰਤੀਆਂ ਕਰੋ ਇਕਾਗਰ, ਅਦਬ ਪਿਆਰ ਸਤਿਕਾਰ ਸਹਿਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ। ਪਿਆਰ ਦੇ ਨਾਲ ਕਰੋ ਰਸਨਾ ਨੂੰ ਪਵਿੱਤਰ ਰੱਖੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਅਸੀਂ ਇਸ ਬਾਣੀ ਨੂੰ ਪਿਆਰ ਦੇ ਨਾਲ ਆਖਦੇ ਹਾਂ ਜਪ ਜੀ ਸਾਹਿਬ ਜੀ। ਤੇ ਸਾਹਿਬ ਜਿਹੜਾ ਹੈ ਅਸੀਂ ਆਪਣੇ ਕੋਲੋਂ ਲਗਾਉਂਦੇ ਹਾਂ ਸਤਿਕਾਰ ਦੇ ਵਾਸਤੇ। ਵੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜਿਹੜੇ ਅਰਥ ਜਾਂ ਬਾਣੀ ਦਾ ਨਾਮ ਲਿਖਿਆ ਹੈ ਉਹ ਕੇਵਲ ਜਪ ਹੈ। ਔਰ ਜਪ ਵਿਦਵਾਨ ਸੱਜਣ ਆਖਦੇ ਨੇ ਜਦੋਂ ਅਸੀਂ ਗੁਰਪ੍ਰਸਾਦ ਤੋਂ ਅੱਗੇ ਪੜਾਂਗੇ ਤੇ ਉੱਥੇ ਜਪ ਆਏਗਾ। ਉਹ ਕਹਿੰਦੇ ਨੇ ਬਾਣੀ ਦਾ ਅਰਥ ਹੈ, ਇਹ ਬਾਣੀ ਦਾ ਨਾਮ ਹੈ। ਤੇ ਕੁਝ ਵਿਦਵਾਨ ਕਹਿੰਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਸਰਬ ਸ਼ਕਤੀਮਾਨ ਹੈ ਤੂੰ ਉਹਨੂੰ ਜਪਿਆ ਕਰ। ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਪੁਰਾਤਨ ਸਰੂਪ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਉੱਥੇ ਜਪਜੀ ਸਾਹਿਬ ਜਿੱਥੇ ਜਪ ਲਿਖਿਆ ਹੁੰਦਾ ਉਹਦੇ ਨਾਲ ਨਿਸ਼ਾਨ ਲਿਖਿਆ ਹੁੰਦਾ ਹੈ। ਨਿਸ਼ਾਨ ਤੋਂ ਭਾਵ ਹੁੰਦਾ ਹੈ ਕਿ ਰਾਹਦਾਰੀ ਮਿਲ ਜਾਣੀ। ਜਿਵੇਂ ਇੱਕ ਥਾਂ ਤੋਂ ਕੋਈ ਸਮਾਨ ਦੂਸਰੀ ਥਾਂ ਤੇ ਲੈ ਕੇ ਜਾਈਏ ਤੇ ਉੱਥੇ ਫਿਰ ਪੁੱਛਿਆ ਜਾਂਦਾ ਹੈ ਕਿ ਇਹ ਜਿਹੜਾ ਸਮਾਨ ਹੈ ਇਹਦਾ ਕੋਈ ਬਿੱਲ ਹੈ, ਇਹਦਾ ਕੋਈ ਟੈਕਸ ਤੂੰ ਭਰਿਆ ਹੈ, ਇਸ ਤੋਂ ਅੱਗੇ ਸਮਾਨ ਜਿਹੜਾ ਉਹ ਜਾ ਨਹੀਂ ਸਕਦਾ ਬਿਨਾਂ ਕਾਗਜ਼ੀ ਕਾਰਵਾਈ ਤੋਂ। ਹੁਣ ਉੱਥੇ ਜਿਹੜਾ ਜਦੋਂ ਅਸੀਂ ਰਾਹਦਾਰੀ ਦਿਖਾ ਦਿੰਦੇ ਆ ਕਿ ਆਹ ਦੇਖੋ ਆਹ ਸਾਰੇ ਕਾਗਜ਼ ਅਸੀਂ ਲੈ ਕੇ ਆਏ, ਤੇ ਫਿਰ ਉੱਥੇ ਰੋਕ ਕੋਈ ਨਹੀਂ ਪੈਂਦੀ। ਸਤਿਗੁਰੂ ਮਹਾਰਾਜ ਜੀ ਨੇ ਇਹ ਰਾਹਦਾਰੀ ਜਿਹੜੀ ਹੈ ਉਹ ਦਰਗਾਹ ਦੀ ਦੇ ਦਿੱਤੀ ਹੈ ਕਿ ਜਿਹੜਾ ਪਿਆਰ ਦੇ ਨਾਲ ਜਪਜੀ ਸਾਹਿਬ ਪੜ੍ਹੇਗਾ ਉਹਨੂੰ ਫਿਰ ਜਮਦੂਤ ਜਿਹੜੇ ਨੇ ਉਹ ਰੋਕਣਗੇ ਨਹੀਂ। ਉਹਨੂੰ ਧਰਮਰਾਜ ਦੀ ਕਚਹਿਰੀ ਦੇ ਵਿੱਚ ਨਹੀਂ ਜਾਣਾ ਪਏਗਾ, ਉਹਦੇ ਕੋਲ ਫਿਰ ਰਾਹਦਾਰੀ ਹੋਏਗੀ। ਤੇ ਜਿੰਦੇ ਸਤਿਗੁਰੂ ਮਹਾਰਾਜ ਜਿਵੇਂ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿੰਦਾ ਲੇਖਾ ਗੁਰੂ ਨਾਨਕ ਸਮਝ ਲੈਂਦਾ ਹੈ ਫਿਰ ਉਹਦਾ ਲੇਖਾ ਧਰਮਰਾਜ ਵੀ ਨਹੀਂ ਲੈ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧਰਮ ਰਾਏ ਦਰ ਕਾਗਜ਼ ਫਾੜੇ ਜਦ ਨਾਨਕ ਲੇਖਾ ਸਮਝਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਬਾਣੀ ਹੈ, ਇਹਦਾ ਨਾਮ ਹੈ ਜਪ। ਨਿਸ਼ਾਨ ਇਹ ਰਾਹਦਾਰੀ ਹੈ, ਪਰਮਾਤਮਾ ਦੇ ਘਰ ਦਾ ਇਹਦੇ ਰਾਹੀਂ ਸਫਲ ਹੁੰਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਨੇ। ਭਾਈ ਮਨੀ ਸਿੰਘ ਸਾਹਿਬ ਉਹ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜਿਸ ਦਿਨ ਵੇਈ ਚ ਪ੍ਰਵੇਸ਼ ਕੀਤਾ, ਸੁਲਤਾਨਪੁਰ ਲੋਧੀ ਦੀ ਉਹ ਥਾਂ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੇਰ ਸਾਹਿਬ ਦੇ ਸਥਾਨ ਤੇ ਮਹਾਰਾਜ ਨੇ ਲੰਮਾ ਸਮਾਂ ਸਤਿਗੁਰੂ ਜੀ ਨੇ ਉੱਥੇ ਬੈਠਦੇ ਰਹੇ। ਇੱਕ ਦਿਨ ਮਹਾਰਾਜ ਵੇਈ ਦੇ ਵਿੱਚ ਪ੍ਰਵੇਸ਼ ਕਰਦੇ ਨੇ। ਸਤਿਗੁਰੂ ਮਹਾਰਾਜ ਜਦੋਂ ਵੇਈ ਤੋਂ ਬਾਹਰ 3 ਦਿਨਾਂ ਬਾਅਦ ਪ੍ਰਗਟ ਹੁੰਦੇ ਨੇ ਤੇ ਜਿਹੜਾ ਅਸਥਾਨ ਅੱਜ ਗੁਰਦੁਆਰਾ ਸੰਤ ਘਾਟ ਉੱਥੇ ਮੌਜੂਦ ਹੈ, ਉਸ ਅਸਥਾਨ ਤੇ ਸਤਿਗੁਰੂ ਮਹਾਰਾਜ ਨੇ ਸਭ ਤੋਂ ਪਹਿਲਾਂ ਮੂਲ ਮੰਤਰ ਉਚਾਰਨ ਕੀਤਾ। ਔਰ ਮਹਾਰਾਜ ਨੇ ਇਹ ਗੱਲ ਆਖੀ ਸੀ ਕਿ ਇਹ ਮੂਲ ਮੰਤਰ ਜਿਹੜਾ ਹੈ ਇਹ ਪਰਮਾਤਮਾ ਦੀ ਵਡਿਆਈ ਹੈ। ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਸਭ ਤੋਂ ਪ੍ਰਥਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਰੱਖੀ ਗਈ। ਸਭ ਤੋਂ ਪਹਿਲਾਂ ਬਾਣੀ ਪੜੋਗੇ, ਸਹਿਜ ਪਾਠ ਤੁਸੀਂ ਕਰਦੇ ਹੋ,
ਤੇ ਸਹਿਜ ਪਾਠ ਕਰਦੇ ਆ ਵੀ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਬਾਣੀ ਅਸੀਂ ਪੜਾਂਗੇ ਉਹ ਜਪਜੀ ਸਾਹਿਬ ਹੈ। ਜਦੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 30 ਮਾਰਚ 1699 ਦੀ ਜਿਹੜੀ ਵਿਸਾਖੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜਦੋਂ ਬਾਣੀਆਂ ਪੜੀਆਂ ਗਈਆਂ ਤੇ ਜਿਹੜੀ ਪ੍ਰਥਮ ਬਾਣੀ ਸੀ ਉਹ ਵੀ ਜਪਜੀ ਸਾਹਿਬ ਪੜੀ ਗਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਤਿਹਾਸ ਕਹਿੰਦਾ ਹੈ ਕਿ ਬਾਬਾ ਮਿਹਰਬਾਨ ਸਤਿਗੁਰੂ ਮਹਾਰਾਜ ਜੀ ਦੀ ਅੰਸ਼ ਬੰਸ਼ ਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਭਤੀਜੇ ਲੱਗਦੇ ਨੇ। ਚਲੋ ਉਹ ਗੁਰਬਾਣੀ ਤੋਂ ਮੁਨਕਰ ਹੋ ਗਏ ਜਾਂ ਉਹਨਾਂ ਨੇ ਸਿੱਖੀ ਦੇ ਨਾਲ ਉਹ ਪਿਆਰ ਨਹੀਂ ਕੀਤਾ, ਗੱਦੀਆਂ ਵੱਖਰੀਆਂ ਲਾਈਆਂ, ਪਰ ਜੇ ਸ਼ਰਧਾ ਦੇਖਣੀ ਹੈ ਜਾਂ ਭਾਵਨਾ ਦੇਖਣੀ, ਉਹ ਭਾਈ ਮਿਹਰਬਾਨ ਦੀ ਸਾਖੀ ਪੜ੍ਹ ਕੇ ਦੇਖੋ। ਉਹਦੇ ਵਿੱਚ ਗੁਰੂ ਨਾਨਕ ਦੇ ਪ੍ਰਤੀ ਜਿਹੜੀ ਸ਼ਰਧਾ ਹੈ ਉਹ ਬਹੁਤ ਪਿਆਰ ਦੇ ਨਾਲ ਉਹਨਾਂ ਨੇ ਭੇਟ ਕੀਤੀ ਹੈ। ਉਹ ਆਖਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੱਖ-ਵੱਖ ਥਾਵਾਂ ਤੇ ਜਾਂਦੇ ਆ, ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਬਹੁਤ ਸਾਰਾ ਹਿੱਸਾ ਜਿਹੜਾ ਬਾਣੀ ਦਾ ਹੈ ਉਹ ਸਿੱਧਾਂ ਤੇ ਜੋਗੀਆਂ ਦੇ ਨਾਲ ਗੋਸ਼ਟ ਵਿੱਚ ਉਚਾਰਨ ਕੀਤਾ ਹੈ। ਜਿਵੇਂ ਅਸੀਂ ਸ਼ਬਦ ਵਿੱਚ ਪੜਾਂਗੇ ਕਿ ਮਹਾਰਾਜ ਉੱਥੇ ਜੋਗੀਆਂ ਦੇ ਨਾਲ ਗੱਲ ਚੱਲਦੀ ਆ ਕਿ ਇਹ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਉੱਥੇ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਸਿਧਾਂਤ ਤੇ ਹਿੰਦੂ ਧਰਮ ਦੀ ਗੱਲ ਚੱਲਦੀ ਆ, ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੇ ਵਿਭੂਤ। ਕਿਉਂਕਿ ਜੋਗੀ ਆਖਦੇ ਸੀ ਨਾ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ। ਸਾਰੇ ਉਹ ਜਮਾਤੀ ਆਈ ਤਾਂ ਇੱਕ ਆਈ ਉਹਨਾਂ ਦਾ ਨਾਮ ਹੈ। ਜੋਗੀਆਂ ਦੇ ਵਿੱਚ 12 ਫਿਰਕੇ ਨੇ ਤੇ 12 ਫਿਰਕਿਆਂ ਤੋਂ ਜਿਹੜਾ ਸ੍ਰੇਸ਼ਟ ਸ਼੍ਰੋਮਣੀ ਉੱਪਰਲਾ ਫਿਰਕਾ ਜਿਹੜਾ ਹੈ ਉਹਦਾ ਨਾਮ ਹੈ ਆਈ। ਉਹਨਾਂ ਵਿੱਚ ਇੱਕ ਪੰਥ ਹੈ ਜਿਹਨੂੰ ਪਾਗਲ ਪੰਥ ਵੀ ਆਖਦੇ ਆ। ਇਹ ਆਈ ਪੰਥੀ ਦੇ ਸਾਰੇ ਜੋਗੀ ਇਕੱਠੇ ਹੋ ਕੇ ਆਉਂਦੇ ਨੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਗੋਸ਼ਟ ਕਰਦੇ ਆ। ਮਹਾਰਾਜ ਦੇ ਉੱਤੇ ਪ੍ਰਭਾਵ ਪਾਉਣ ਵਾਸਤੇ ਕਰਾਮਾਤਾਂ ਵੀ ਉਹਨਾਂ ਨੇ ਦਿਖਾਉਣੀਆਂ ਚਾਹੀਆਂ। ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਇਹਨੂੰ ਦਰਜ ਕੀਤਾ ਹੈ ਵਾਰਾਂ ਦੇ ਵਿੱਚ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ। ਉਹਨਾਂ ਨੇ ਮਨ 'ਚ ਵਿਚਾਰ ਕੀਤੀ ਕਿ ਸਿਆਣਾ ਬਹੁਤ ਇਹ ਬਾਲਕ, ਕਿਉਂਕਿ ਉਹਨਾਂ ਦੀਆਂ ਉਮਰਾਂ ਜਿਹੜੀਆਂ ਨੇ ਨਾ ਉਹ ਬਹੁਤ ਲੰਮੀਆਂ ਨੇ ਤੇ ਉਹ ਚਾਹੁੰਦੇ ਸੀ ਕਿ ਇਹ ਛੋਟਾ ਜਿਹਾ ਬੱਚਾ ਆਇਆ, ਭਾਵ ਕਿ ਮਹਾਰਾਜ ਜਵਾਨੀ ਦੇ ਵਿੱਚ ਨੇ, ਪਰ ਜਿੰਦੀ ਉਮਰ ਹੁਣ 700 ਸਾਲ ਹੋਵੇ, ਜਿੰਦੀ ਉਮਰ 500 ਸਾਲ ਹੋਵੇ, ਉਹਦੇ ਸਾਹਮਣੇ ਕੋਈ 35-40 ਸਾਲ ਦਾ ਨੌਜਵਾਨ ਜਾਏਗਾ ਤੇ ਉਹਨਾਂ ਨੇ ਉਹਨੂੰ ਬਾਲਾ ਬੱਚਾ ਆਖਣਾ ਹੈ। ਸਤਿਗੁਰੂ ਮਹਾਰਾਜ ਨੂੰ ਆਖਦੇ ਨੇ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ। ਫਿਰ ਉਹਨਾਂ ਨੇ ਕਰਾਮਾਤ ਦਿਖਾਈ, ਖੱਪਰ ਦਿੱਤਾ ਨਾਥ ਜੀ ਪਾਣੀ ਪਰ ਲੈਵਨ ਉੱਠ ਚਾਲਾ, ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰੂ ਮਹਾਰਾਜ ਜੀ ਨੂੰ ਕਰਾਮਾਤ ਦੇ ਨਾਲ ਉਹਨਾਂ ਭਰਮਾਉਣਾ ਚਾਹਿਆ, ਹੀਰੇ ਰਤਨ ਜਵਾਹਰਾਂ ਦੇ ਤਲਾਬ ਦਿਖਾਏ, ਪਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਹਿਰਦੇ ਕੇਵਲ ਗਰੀਬੀ ਦੇ ਨਾਲ ਭਰਿਆ, ਨਿਮਰਤਾ ਦੇ ਨਾਲ ਭਰਿਆ, ਤੇ ਸਤਿਗੁਰੂ ਮਹਾਰਾਜ ਉਹਨਾਂ ਦੇ ਤੇ ਹੱਥਾਂ ਦੇ ਵਿੱਚ ਬਰਕਤਾਂ ਨੇ। ਜਿੰਦੇ ਸੀਸ ਦੇ ਉੱਤੇ ਗੁਰੂ ਨਾਨਕ ਹੱਥ ਰੱਖ ਦੇਣ ਉਹਦੇ ਕੋਲ ਦੁਨੀਆ ਦੇ ਸਾਰੇ ਪਦਾਰਥ ਆ ਜਾਂਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾ ਆਖਿਆ ਕਿ ਜੋਗੀ ਬਣੋ, ਮਹਾਰਾਜ ਕਹਿੰਦੇ ਜ਼ਰੂਰ ਬਣਾਂਗਾ। ਮਹਾਰਾਜ ਨੂੰ ਫਿਰ ਨਾ ਆਖਿਆ, ਕਹਿੰਦੇ ਕੰਨ ਪਾੜਨੇ ਪੈਂਦੇ ਨੇ ਤੇ ਕੱਚ ਦੀਆਂ ਮੁੰਦਰਾਂ ਪਾਈਦੀਆਂ ਨੇ, ਸਰੀਰ ਦੇ ਉੱਤੇ ਸਵਾਹ ਮਲੀਦੀ ਏ, ਬੇਭੂਤੀ ਲਾ ਕਰਕੇ ਇੱਕ ਖੱਲੜੀ ਪਹਿਨੀ ਜਾਂਦੀ ਆ, ਹੱਥ ਵਿੱਚ ਖੱਪਰ ਫੜਿਆ ਜਾਂਦਾ। ਮਹਾਰਾਜ ਕਹਿੰਦੇ ਨਹੀਂ ਮੈਂ ਜੋਗੀ ਤੇ ਬਣਾਂਗਾ, ਪਰ ਆਹ ਕੁਝ ਨਹੀਂ ਮੈਂ ਪਾਉਣਾ। ਮੇਰੇ ਕੋਲ ਮੁੰਦਰਾਂ ਹੈ ਨਾ, ਮੇਰੇ ਕੋਲ ਖੱਪੜ ਵੀ ਹੈ, ਮੇਰੇ ਕੋਲ ਉਹ ਸਰੀਰ ਤੇ ਮਨ ਵਾਸਤੇ ਜਿਹੜੀ ਭੇਪੂਤ ਸਵਾਹ ਹੈ ਉਹ ਵੀ ਹੈ। ਮਹਾਰਾਜ ਦੇ ਉਹਨਾਂ ਨਾਲ ਫਿਰ ਗੋਸ਼ਟ ਕਰਦਿਆਂ ਦੱਸਿਆ ਕਿ ਕਿਹੜਾ ਮੁੰਦਰਾ ਪਾਉਣੀਆਂ, ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ। ਜਿਵੇਂ ਮਹਾਰਾਜ ਜਨੇਊ ਦੀ ਗੱਲ ਕੀਤੀ, ਮਹਾਰਾਜ ਕਹਿੰਦੇ ਜਨੇਊ ਤੇ ਪਾਉਣਾ, ਪਰ ਉਹ ਜਨੇਊ ਪਾਉਣਾ ਜਿੰਦੀ ਕਪਾਹ ਦਇਆ ਦੀ ਬਣੀ ਹੋਵੇ, ਜਿੰਦੇ ਦਇਆ ਕਪਾਹ ਸੰਤੋਖ ਦਾ ਸੂਤ ਬਣਿਆ ਹੋਵੇ। ਕਪਾਹ ਤੋਂ ਅੱਗੇ ਸੂਤ ਬਣਿਆ, ਧਾਗਾ ਬਣਿਆ, ਫਿਰ ਉਹਨੂੰ ਜੱਟ ਦੀਆਂ ਗੰਢਾਂ ਦਿੱਤੀਆਂ ਹੋਣ ਤੇ ਸੱਤ ਦੇ ਉਹਨੂੰ ਵੱਟ ਚਾੜੇ ਹੋਣ। ਫਿਰ ਮਹਾਰਾਜ ਕਹਿੰਦੇ ਐਸਾ ਤੇਰੇ ਕੋਲ ਜਨੇਊ ਹੈ ਤੇ ਮੈਂ ਪਾਉਣ ਨੂੰ ਬਿਲਕੁਲ ਤਿਆਰ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵਿਦਵਾਨ ਮੰਨਦੇ ਨੇ ਕਿ ਮਹਾਰਾਜ ਨੇ ਇਹਦੇ ਵਿੱਚ ਗੋਸ਼ਟਾਂ ਕੀਤੀਆਂ, ਉਹਦੀ ਚਰਚਾ ਇਹਨਾਂ ਪੌੜੀਆਂ ਵਿੱਚ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਜਪਜੀ ਸਾਹਿਬ ਦੀ ਸਾਰੀਆਂ ਪੌੜੀਆਂ 38 ਪੌੜੀਆਂ, 2 ਸ਼ਲੋਕ, ਮੂਲ ਮੰਤਰ, ਇਹ ਇੱਕ ਥਾਂ ਤੇ ਨਹੀਂ ਵੱਖ-ਵੱਖ ਥਾਵਾਂ ਤੇ ਉਚਾਰਨ ਕੀਤਾ।
दूसरा, सतगुरु गुरु नानक देव सच्चे पातशाह महाराज ਜਦੋਂ ਉਦਾਸੀਆਂ ਕਰ ਲੀਆਂ, ਉਦਾਸੀਆਂ ਕਰਨ ਤੋਂ ਬਾਅਦ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਨੇ ਪੜਾਅ ਜਿਹੜਾ ਸੀ ਉਹ ਪੱਕਾ ਕਰਤਾਰਪੁਰ ਸਾਹਿਬ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਹੈ। ਸਾਡੇ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਹੋਈ 1971 ਵਿੱਚ, ਸਿੱਖ ਫੌਜਾਂ ਨੇ, ਹਿੰਦੁਸਤਾਨ ਦੀ ਫੌਜਾਂ ਨੇ ਕਰਤਾਰਪੁਰ ਜਿੱਤ ਲਿਆ ਸੀ, ਪਰ ਜਿਹੜਾ ਸੀ ਉਹ ਡਿਫੈਂਸ ਦੇ ਫੈਸਲਿਆਂ ਕਰਕੇ ਫਿਰ ਦੁਬਾਰਾ ਛੱਡਣਾ ਪਿਆ। ਪਰ ਅੱਜ ਵੀ ਅਸੀਂ ਅਰਦਾਸ ਇਹੀ ਕਰਦੇ ਹਾਂ ਕਿ ਜਿਨ੍ਹਾਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ੋ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਫਿਰ ਅੰਤਮ ਸਮਾਂ ਜ਼ਿੰਦਗੀ ਦੇ ਕਰੀਬਨ 18 ਸਾਲ ਮਹਾਰਾਜ ਜੀ ਨੇ ਬਤੀਤ ਕੀਤੇ। ਕਰਤਾਰਪੁਰ ਸਾਹਿਬ ਦੀ ਇਹ ਮਰਿਆਦਾ ਸੀ ਕਿ ਸ਼ਾਮ ਦੇ ਸਮੇਂ ਸੋਦਰ ਤੇ ਆਰਤੀ ਗਾਈ ਜਾਂਦੀ ਸੀ। ਸਵੇਰ ਵੇਲੇ ਉੱਥੇ ਜਿਹੜਾ ਸੀ ਜਪਜੀ ਸਾਹਿਬ ਦਾ ਪਾਠ ਹੋਣਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਿਰ ਆਪ ਜਪਜੀ ਸਾਹਿਬ ਦੀ ਕਥਾ ਵੀ ਕਰਿਆ ਕਰਦੇ ਸੀ, ਕਿਉਂਕਿ ਮਹਾਰਾਜ ਜੀ ਦੇ ਘਰ ਦਾ ਇਹ ਸਿਧਾਂਤ, ਮਹਾਰਾਜ ਕਹਿੰਦੇ ਨੇ ਕਥਾ ਕੀਰਤਨ ਸੁਖਦਾਈ, ਇਹ ਦੋਨੋਂ ਚੀਜ਼ਾਂ ਭਗਤੀ ਦੇ ਮਾਰਗ ਦੇ ਪਾਂਧੀਆਂ ਨੂੰ ਅੱਗੇ ਤੋੜ ਕੇ ਲੈ ਕੇ ਜਾਂਦੀਆਂ ਨੇ। ਕੀਰਤਨ ਕਿਸ ਦਾ ਕਰਨਾ, ਵਡਿਆਈ ਕਿਸ ਦੀ ਕਰਨੀ, ਇਹ ਕਥਾ ਨੇ ਦੱਸਣਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਜਪਜੀ ਸਾਹਿਬ ਦੀ ਆਪ ਕਥਾ ਕਰਨੀ। ਇੱਕ ਆਰਤੀ ਦਾ ਜਿਹੜਾ ਸ਼ਬਦ ਅਸੀਂ ਧਨਾਸਰੀ ਰਾਗ ਦਾ ਪੜ੍ਹਦੇ ਆ, ਰੋਜ਼ਾਨਾ ਉਸ ਦਾ ਕੀਰਤਨ ਮਹਾਰਾਜ ਆਪ ਕਰਿਆ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਪਜੀ ਪੜ੍ਹਦੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਤੋਂ ਇਲਾਵਾ ਇਸ ਜਪਜੀ ਸਾਹਿਬ ਦਾ ਪਾਠ ਜਿਹੜਾ ਸੀ ਸਮੁੱਚੇ ਜਿਹੜੇ ਸਿੱਖ ਸਨ ਉਹ ਵੀ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਵਿੱਚ ਇੱਕ ਹਵਾਲਾ ਬਹੁਤ ਪਿਆਰਾ ਮਿਲਦਾ ਹੈ ਕਿ ਜਿਸ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾਈ। ਸੰਪਾਦਨਾ ਕਰਾਉਣ ਤੋਂ ਬਾਅਦ ਵਿੱਚ ਮਹਾਰਾਜ ਜੀ ਦੀ ਵਿਚਾਰ ਸੀ ਕਿ ਇਹਦੀ ਤਾਬਿਆ ਵਿੱਚ ਉਹਨੂੰ ਬਿਠਾਉਣਾ ਜਿਹਨੇ ਜ਼ਿੰਦਗੀ ਭਰ ਸਿੱਖੀ ਨੂੰ ਕਮਾਇਆ ਹੈ। ਚੁਣਿਆ ਕਿਨੂੰ ਗਿਆ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ। ਬਾਬਾ ਬੁੱਢਾ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਬਾਣੀ ਉਚਾਰਨ ਕਰਦਿਆਂ ਦੇਖਿਆ। ਬਾਬਾ ਬੁੱਢਾ ਸਾਹਿਬ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਸੰਪਾਦਨਾ ਕਰਦਿਆਂ ਹੋਇਆਂ ਤੱਕਿਆ। ਬਾਬਾ ਬੁੱਢਾ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਸ਼ਹਾਦਤ ਦਿੰਦਿਆਂ ਹੋਇਆਂ ਵੀ ਤੱਕਿਆ ਹੈ। ਬਾਬਾ ਬੁੱਢਾ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਿੱਖੀ ਦਾ ਜਿਹੜਾ ਸ਼ਸਤਰ ਦਾ ਯੁੱਗ ਆਇਆ, ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨਾਉਣ ਵਾਲੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪਿਆ ਗਿਆ। ਅਸੀਂ ਸਾਰੇ ਜਾਣਦੇ ਕਿ ਜਿਸ ਵੇਲੇ ਹਰਮੰਦਰ ਸਾਹਿਬ ਵਿੱਚ ਜਾ ਕੇ ਪ੍ਰਕਾਸ਼ ਕੀਤਾ, ਪ੍ਰਕਾਸ਼ ਕਰਨ ਤੋਂ ਬਾਅਦ ਵਿੱਚ ਹੁਕਮਨਾਮਾ ਲਿਆ ਗਿਆ ਕਿ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ, ਇਹ ਹੁਕਮਨਾਮਾ ਆਇਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੰਗਤ ਵਿੱਚ ਬੈਠੇ ਆ। ਤਾਬਿਆਂ ਵਿੱਚ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਬੈਠੇ ਹੋਏ ਨੇ ਜਿਨ੍ਹਾਂ ਦੀ ਆਰਬਲਾ ਉਸ ਵੇਲੇ 90 ਤੋਂ ਟੱਪ ਚੁੱਕੀ ਆ। ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਗੁਰੂ ਨਾਨਕ ਦੇਵ ਮਹਾਰਾਜ ਪੰਜਵਾਂ ਸਰੂਪ ਧੰਨ ਗੁਰੂ ਅਰਜਨ ਦੇਵ ਆਖਦੇ ਨੇ। ਬਾਬਾ ਬੁੱਢਾ ਸਾਹਿਬ ਜੀ ਹੁਕਮਨਾਮੇ ਤੋਂ ਬਾਅਦ ਕਹਿਣ ਲੱਗੇ ਕਿ ਇੱਕ ਵਾਰ ਤੁਸੀਂ ਅੱਜ ਉਹ ਜਪਜੀ ਸਾਹਿਬ ਪੜ੍ਹ ਕੇ ਸੁਣਾਓ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਪੜਿਆ ਕਰਦੇ ਸੀ। ਕਿਉਂਕਿ ਬਾਬਾ ਬੁੱਢਾ ਸਾਹਿਬ ਨੇ ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ, ਗੁਰੂ ਅੰਗਦ ਦੇਵ ਜੀ ਦੀ ਸੰਗਤ ਕੀਤੀ, ਗੁਰੂ ਅਮਰਦਾਸ ਜੀ ਦੀ ਸੰਗਤ ਕੀਤੀ, ਗੁਰੂ ਰਾਮਦਾਸ ਮਹਾਰਾਜ ਜੀ ਦੀ ਸੰਗਤ ਕੀਤੀ, ਤੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਕਿ ਉਵੇਂ ਹੀ ਬਾਣੀ ਪੜ੍ਹ ਕੇ ਸੁਣਾਓ ਜਿਵੇਂ ਮੇਰੇ ਗੁਰੂ ਨਾਨਕ ਪੜਿਆ ਕਰਦੇ ਸੀ। ਉਸੇ ਤਰ੍ਹਾਂ ਬਿਲਕੁਲ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਦਿਨ ਫਿਰ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੁਕਮਨਾਮੇ ਤੋਂ ਬਾਅਦ ਜੇਕਰ ਕੋਈ ਬਾਣੀ ਪੜ੍ਹੀ ਗਈ ਸਭ ਤੋਂ ਪਹਿਲਾਂ ਤੇ ਉਹ ਜਪਜੀ ਸਾਹਿਬ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹ ਕੇ ਸੁਣਾਈ। ਜਿੱਦਣ ਬਾਬਾ ਬੁੱਢਾ ਸਾਹਿਬ ਜੀ ਚੜ੍ਹਾਈ ਕਰਨ ਲੱਗੇ ਨੇ, ਉਹਨਾਂ ਦੀ ਜੋਤ ਪਰਮ ਜੋਤ ਵਿੱਚ ਲੀਨ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਗਏ। ਮਹਾਰਾਜ ਨੇ ਆਪ 3 ਦਿਨ ਤੇ 3 ਰਾਤਾਂ ਲਗਾਤਾਰ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਕਹਿੰਦੇ ਨੇ ਮਹਾਰਾਜ ਆਗਿਆ ਲਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਅਜੇ ਨਹੀਂ, ਅਜੇ ਹੋਰ ਕੁਝ ਕੰਮ ਬਾਕੀ ਨੇ। ਕਹਿੰਦੇ ਮਹਾਰਾਜ ਹੁਕਮ, ਕਹਿੰਦੇ ਗੁਰੂ ਨਾਨਕ ਤੋਂ ਲੈ ਕੇ ਤੇ ਗੁਰੂ ਅਰਜਨ ਤੱਕ ਸਾਰਾ ਇਤਿਹਾਸ ਸੁਣਾਓ। ਸਾਰਾ ਇਤਿਹਾਸ ਬਾਬਾ ਬੁੱਢਾ ਸਾਹਿਬ ਲਗਾਤਾਰ ਫਿਰ 3 ਦਿਨ ਮਹਾਰਾਜ ਨੂੰ ਸੁਣਾਉਂਦੇ ਰਹੇ। ਅੰਤਮ ਸਮੇਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਉਹੀ ਸਤਿਗੁਰੂ ਨੇ ਕਿਹਾ ਕਿ ਉਵੇਂ ਬਾਣੀ ਪੜੋ ਜਿਵੇਂ ਗੁਰੂ ਨਾਨਕ ਪੜਿਆ ਕਰਦੇ ਸੀ, ਉਵੇਂ ਸੁਣਾਓ।
ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਤੀਸਰੀ ਜੰਗ ਹੁੰਦੀ ਆ ਸ਼੍ਰੀ ਹਰਗੋਬਿੰਦਪੁਰ ਵਿਖੇ। ਉੱਥੇ ਇੱਕ ਅਸਥਾਨ ਬਣਿਆ ਜਿੱਥੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਕਿ ਕੋਈ ਮਨ ਚਿੱਤ ਇਕਾਗਰ ਕਰਕੇ ਜਪਜੀ ਦਾ ਪਾਠ ਸੁਣਾਵੇ। ਜਿਹੜਾ ਜਪਜੀ ਦਾ ਪਾਠ ਸੁਣਾਉਣ ਵਾਲਾ ਸਿੰਘ ਸੀ ਉਹਦਾ ਨਾਂ ਸੀ ਭਾਈ ਗੋਪਾਲਾ ਜੀ। ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਆਇਆ, ਹੱਥ ਜੋੜ ਕੇ ਆਖਦਾ, ਮਹਾਰਾਜ ਤੁਸੀਂ ਕਿਰਪਾ ਕਰੋ, ਮੈਂ ਜੇ ਤੁਸੀਂ ਆਖੋ ਤਾਂ ਸੁਣਾ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਸਾਫ਼ ਆਸਨ ਤੇ ਬਿਠਾਇਆ। ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਇਤਿਹਾਸ ਆਖਦਾ ਹੈ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਿਉਂ-ਜਿਉਂ ਭਾਈ ਗੋਪਾਲਾ ਜੀ ਪਾਠ ਕਰਦੇ ਨੇ ਨਾ, ਤਿਉਂ-ਤਿਉਂ ਸਤਿਗੁਰੂ ਮਹਾਰਾਜ ਨੇ ਸਿੰਘਾਸਨ ਛੱਡਣਾ ਸ਼ੁਰੂ ਕਰਤਾ। ਮਹਾਰਾਜ ਕਹਿੰਦੇ ਨੇ ਪਹਿਲਾਂ ਮਨ 'ਚ ਵਿਚਾਰ ਕੀਤੀ। ਇਤਿਹਾਸ ਲਿਖਦਾ ਹੈ ਕਿ ਜਪਜੀ ਸਾਹਿਬ ਦੇ ਤੁੱਲ ਕਿਹੜੀ ਵਸਤੂ ਆ ਜਿਹੜੀ ਭਾਈ ਗੋਪਾਲੇ ਨੂੰ ਦਿੱਤੀ ਜਾਏ। ਜਪਜੀ ਸਾਹਿਬ ਜੀ ਦੀ ਬਰਾਬਰਤਾ ਕਿਹੜੀ ਵਸਤੂ ਨਾਲ ਕਰੀਏ? ਦੁਨੀਆ ਦਾ ਰਾਜ ਭਾਗ ਦੇਈਏ, ਦੁਨੀਆ ਦੇ ਸੁੱਖ ਦੇ ਦਈਏ, ਦੁਨੀਆ ਦਾ ਧਨ ਇੰਦੀ ਝੋਲੀ ਵਿੱਚ ਪਾ ਦਈਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੈਂ ਫਿਰ ਦੇਖਿਆ ਕਿ ਜਪਜੀ ਸਾਹਿਬ ਦੇ ਤੁੱਲ ਤਾਂ ਇਹ ਸਾਰੇ ਬ੍ਰਹਿਮੰਡ ਨੂੰ ਵੀ ਪਾ ਦਿੱਤਾ ਜਾਵੇ ਤਾਂ ਵੀ ਥੋੜਾ। ਫਿਰ ਮਹਾਰਾਜ ਕਹਿੰਦੇ ਜਿਨਨੇ ਜਪਜੀ ਉਚਾਰਨ ਕੀਤੀ ਉਹ ਜਪਜੀ ਵਾਲੇ ਦੀ ਗੱਦੀ ਹੀ ਇਹਨੂੰ ਦੇ ਦਈਏ। ਮਹਾਰਾਜ ਨੇ ਤਖਤ ਛੱਡਣਾ ਸ਼ੁਰੂ ਕੀਤਾ। ਪਰ ਦੇਖੋ ਉੱਥੇ ਕਹਿੰਦੇ ਨੇ ਕਿ ਭਾਈ ਗੋਪਾਲੇ ਦੇ ਮਨ ਦੇ ਵਿੱਚ ਫੁਰਨਾ ਆਇਆ। ਹੁਣ ਇਹਨੂੰ ਅਸੀਂ ਨੈਗੇਟਿਵ ਨਾ ਸੋਚੀਏ ਕਿ ਜੀ ਫੁਰਨਾ ਆ ਗਿਆ ਗੱਦੀ ਮਿਲ ਸਕਦੀ ਸੀ। ਦੇਖੋ ਜਪਜੀ ਸਾਹਿਬ ਵਿੱਚ ਕਿੰਨੀ ਕਿਰਪਾ ਕਿ ਫੁਰਨਾ ਇੱਕੋ ਵਾਰੀ ਆਇਆ। ਜਪਜੀ ਇੰਨੇ ਪਿਆਰ ਨਾਲ ਪੜ੍ਹੀ ਤੇ ਗੁਰੂ ਨੇ ਉਸੇ ਵੇਲੇ ਉਹਦੀ ਭਾਵਨਾ ਪੂਰੀ ਕਰ ਦਿੱਤੀ। ਅੱਜ ਵੀ ਪਿਆਰ ਦੇ ਨਾਲ ਭਾਵਨਾ ਦੇ ਨਾਲ ਜਪਜੀ ਸਾਹਿਬ ਪੜੋ। ਅਰਦਾਸ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਰੋ, ਕਿਹੜੀ ਵਸਤੂ ਆ ਸਾਥੀ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਮਹਾਰਾਜ ਕਹਿੰਦੇ ਕਿਹੜੀ ਵਸਤੂ ਜਿਹੜੀ ਮੰਗੀਆਂ ਇਥੋਂ ਮਿਲਦੀ ਨਹੀਂ ਆ। ਮੰਗਣ ਦੀ ਜਾਚ ਸਿੱਖੀਏ ਨਾ। ਅਸੀਂ ਕੱਲਾ ਹੱਥ ਜੋੜ ਕੇ ਅਰਦਾਸ ਕਰਕੇ ਆਖਦੇ ਮਹਾਰਾਜ ਦਾ, ਪਰ ਮਹਾਰਾਜ ਕਹਿੰਦੇ ਮਨਾਉਣੀ ਜਦੋਂ ਹੋਵੇ ਨਾ ਕੋਈ ਗੱਲ, ਪਹਿਲਾਂ ਮੰਨਣੀ ਗੱਲ ਸਿੱਖੀ ਦੀ ਆ। ਅਸੀਂ ਮਨਾਉਣੀਆਂ ਸਿੱਖਦੇ ਪਏ, ਮੰਨਣਾ ਸਿੱਖੀਏ ਪਹਿਲਾਂ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜੋ। ਜਿੱਦਾਂ ਫਿਰ ਭਾਈ ਗੋਪਾਲੇ ਨੇ ਪਾਠ ਸਮਾਪਤ ਕੀਤਾ, ਮਨ ਦੇ ਵਿੱਚ ਫੁਰਨਾ ਸੀ ਕਿ ਮਹਾਰਾਜ ਨੂੰ ਕਿਸੇ ਨੇ ਘੋੜੇ ਭੇਟ ਕੀਤੇ। ਜੇ ਸੱਚੇ ਪਾਤਸ਼ਾਹ ਕਿਰਪਾ ਕਰਨਾ ਇੱਕ ਘੋੜਾ ਮੈਨੂੰ ਦੇ ਦੇਣ। ਮਹਾਰਾਜ ਨੇ ਪੁੱਛਿਆ ਨਹੀਂ ਕਿ ਤੂੰ ਕੀ ਚਾਹੀਦਾ ਤੈਨੂੰ। ਮਹਾਰਾਜ ਦਿਲ ਦੇ ਫੁਰਨਿਆਂ ਨੂੰ ਜਾਣਦੇ। ਅਸੀਂ ਕੱਲਾ ਬੋਲ ਕੇ ਸੁਣਾਉਣੇ, ਗੁਰੂ ਨੂੰ ਕੱਲਾ ਇਹੀ ਨਹੀਂ ਸੁਣਦਾ। ਸਾਡੇ ਮਨ ਦੇ ਵਿੱਚ ਜੋ ਕੁਝ ਚੱਲਦਾ ਨਾ, ਹੁਣ ਅਸੀਂ ਬੈਠੇ ਆ, ਸਾਡੇ ਲਾਗੇ ਕੋਈ ਬੈਠਾ, ਮੈਂ ਸਟੇਜ ਤੇ ਬੈਠਾ, ਤੁਸੀਂ ਸੰਗਤ ਵਿੱਚ ਬੈਠੇ ਹੋ, ਸਾਡੇ ਮਨ 'ਚ ਜੋ ਚੱਲਦਾ ਪਿਆ ਹੈ ਗੁਰੂ ਉਹ ਸਾਰਾ ਕੁਝ ਜਾਣਦਾ ਪਿਆ ਹੈ। ਕੀ ਅਸੀਂ ਸੋਚਦੇ ਪਏ ਆ, ਲਾਗੇ ਬੈਠੇ ਨੂੰ ਨਹੀਂ ਪਤਾ ਹੋਏਗਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਮੇਰੇ ਕੋਲੋਂ ਕੋਈ ਪਰਦਾ ਨਹੀਂ ਰਹਿ ਸਕਦਾ। ਸਤਿਗੁਰੂ ਮਹਾਰਾਜ ਨੇ ਫਿਰ ਉਹ ਘੋੜਾ ਜਿਹੜਾ ਸੀ ਉਹ ਭਾਈ ਗੋਪਾਲੇ ਨੂੰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਪੜੋ। ਜਦੋਂ ਭਾਈ ਮਤੀ ਦਾਸ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ 10 ਨਵੰਬਰ 1675 ਸਨ 1675 ਅਤੇ 10 ਨਵੰਬਰ ਨੂੰ 3 ਸਿੱਖ ਸ਼ਹੀਦ ਹੋਏ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਸਭ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਸ਼ਹੀਦ ਕਰਨਾ। ਸੀਸ ਦੇ ਉੱਤੇ ਆਰਾ ਰੱਖਿਆ ਗਿਆ। ਆਰਾ ਜਿਹੜਾ ਸੀ ਉਹ ਚੱਲਣਾ ਸ਼ੁਰੂ ਹੋਇਆ। ਜੋ ਆਰਾ ਚੱਲਦਾ ਗਿਆ, ਦੂਜੇ ਪਾਸੇ ਲੋਕ ਵੇਖਦੇ ਸੀ ਕਿ ਇਹ ਕਿਵੇਂ ਹੋ ਸਕਦਾ ਕਿ ਬੰਦਿਆਂ ਨੂੰ ਆਰਿਆਂ ਨਾਲ ਚੀਰਿਆ ਜਾਂਦਾ ਹੈ। ਕਹਿੰਦੇ ਨੇ ਜਦੋਂ ਆਰਾ ਚੱਲਣਾ ਸ਼ੁਰੂ ਹੋਇਆ ਤੇ ਭਾਈ ਮਤੀ ਦਾਸ ਜਿਹੜੇ ਸਨ ਉਹਨਾਂ ਨੇ ਜਪਜੀ ਸਾਹਿਬ ਦੀ ਸ਼ੁਰੂਆਤ ਕੀਤੀ ਤੇ ਲੋਕ ਕਹਿੰਦੇ ਕਿਵੇਂ ਇਹ ਘਟਨਾ ਵਾਪਰੇਗੀ, ਇਹ ਤਾਂ ਡੋਲ ਜਾਏਗਾ। ਪਰ ਉੱਥੇ ਬਾਣੀ ਦੀਆਂ ਪੰਕਤੀਆਂ ਜਿਵੇਂ ਅਰਥ ਨਾਲ ਕਰਦੀਆਂ ਪਈਆਂ ਸੀ ਕਿ ਮੰਨੇ ਕੀ ਗੱਤ ਕਹੀ ਨਾ ਜਾਏ। ਜਿਹੜਾ ਮਨ ਕਰਕੇ ਜੁੜ ਜਾਂਦਾ ਨਾ ਉਹਦੀ ਅਵਸਥਾ ਬਿਆਨ ਤੋਂ ਪਰੇ ਆ। ਤੇ ਜਦੋਂ ਅੱਧਾ ਕ ਸਰੀਰ ਚੀਰਿਆ ਕਹਿੰਦੇ ਖਤਮ ਹੋ ਗਿਆ ਤੇ ਬਾਣੀ ਦੀਆਂ ਪੰਕਤੀਆਂ ਦੀ ਆਵਾਜ਼ ਆਉਂਦੀ ਸੀ ਕਿ ਏਤ ਰਾਹੇ ਪਤ ਪੌੜੀਆਂ ਚੜੀਏ ਹੋਏ ਅਕੀਸ। ਜਦੋਂ 2 ਫਾੜ ਸਰੀਰ ਹੋ ਗਿਆ, ਸੱਜੇ ਇੱਕ ਡਿੱਗਿਆ ਫਾੜ, ਇੱਕ ਧੜ ਦਾ ਸੀਸਾ ਖੱਬੇ ਡਿੱਗਿਆ, ਉਹਨਾਂ 2 ਧੜਾਂ ਦੇ ਵਿੱਚੋਂ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਸ਼ਲੋਕ ਉਚਾਰਨ ਹੋਇਆ ਸੀ, ਉੱਥੋਂ ਸ਼ਲੋਕ ਦੀ ਆਵਾਜ਼ ਆਈ। ਦੇਖੋ ਸਰੀਰ ਕੱਟਿਆ ਗਿਆ ਪਰ ਮਹਾਰਾਜ ਕਹਿੰਦੇ ਨੇ ਉਹਦੇ ਨਾਲ ਜੁੜ ਜਾ ਜਿਹੜਾ ਸਰੀਰ ਕੱਟਣ ਤੋਂ ਬਾਅਦ ਵਿੱਚ ਵੀ ਤੇਰਾ ਸਾਥ ਨਹੀਂ ਛੱਡਦਾ। ਨਾਨਕ
ਕਚੜਿਆਂ ਸਿਓ ਤੋੜ, ਢੂੰਡ ਸੰਤ ਸੱਜਣ ਪਕਿਆ, ਓਏ ਜਵੰਦੇ ਵਿਛੜੇ ਉਹਨਾਂ ਮੋਹਿਆ ਨਾ ਜਾਈ ਛੋੜ। ਸਤਿਗੁਰੂ ਮਹਾਰਾਜ ਕਹਿੰਦੇ ਉਹਦੇ ਨਾਲ ਜੁੜ। ਤੇ ਬਾਣੀ ਜਪਜੀ ਸਾਹਿਬ ਦੀ ਆਖਦੀ ਆ ਕਿ ਨਾ ਉਹ ਮਰੇ ਨਾ ਠਾਕੇ ਜਾਹੇ, ਜਿਨ ਕੀ ਰਾਮ ਵਸੇ ਮਨ ਮਾਹੇ। ਸਤਿਗੁਰੂ ਮਹਾਰਾਜ ਜੀ ਦੇ ਸਨਮੁਖ 3 ਸਿੰਘ ਸ਼ਹੀਦ ਹੋਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਹੋ ਗਿਆ। ਮਹਾਰਾਜ ਸੀਸ ਗੰਜ ਦੇ ਸਾਹਿਬ ਥੱਲੇ ਗੁਰਦੁਆਰਾ ਸਾਹਿਬ ਉਖਵੀ ਅੱਜ ਵੀ ਮੌਜੂਦ ਆ। ਮਹਾਰਾਜ ਜੀ ਨੇ ਉੱਥੇ ਇਸ਼ਨਾਨ ਕੀਤਾ। 11 ਨਵੰਬਰ 1675 ਤਕਰੀਬਨ ਕਹਿੰਦੇ ਦੁਪਹਿਰ ਦਾ ਸਮਾਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਚਾਂਦਨੀ ਚੌਂਕ ਦੇ ਵਿੱਚ ਲਿਆਂਦਾ ਗਿਆ। ਮਹਾਰਾਜ ਉਸ ਬੋਰਡ ਦੇ ਥੱਲੇ ਬੈਠੇ। ਸਤਿਗੁਰ ਮਹਾਰਾਜ ਨੇ ਉੱਥੇ ਕਾਜੀ ਹੈ, ਉੱਥੇ ਜਿਹੜਾ ਹੈ ਉਹ ਹੁਕਮਰਾਨ ਬਣ ਕੇ ਬੈਠੇ ਨੇ, ਦਰੋਗਾ ਉੱਥੇ ਹੈ, ਕੁਤਵਾਲ ਉੱਥੇ ਹੈ, ਔਰ ਸਾਰੀ ਘਟਨਾ ਦੀ ਦੇਖ ਰੇਖ ਜਿਹੜਾ ਹੈ ਉਹ ਕਾਜੀ ਜਿਹੜਾ ਹੈ ਜਿਸਦਾ ਨਾਂ ਸੀ ਕਾਜੀ ਅਬਦੁਲ ਵਾਹਬ ਵੋਰਾ, ਉਹ ਕਰਦਾ ਪਿਆ। ਇਹ ਹਿੰਦੂਆਂ ਤੋਂ ਕਨਵਰਟ ਹੋ ਕੇ ਜਿਹੜਾ ਸੀ ਇਹ ਮੁਸਲਮਾਨ ਬਣਿਆ ਸੀ, ਪਰ ਲਾਲਚ ਬਹੁਤ ਵੱਡਾ ਸੀ। ਉਹਨਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਤਲ ਕਰਨ ਦਾ ਹੁਕਮ ਦਿੱਤਾ। ਜਲਾਲੂਦੀਨ ਜਲਾਲ ਉੱਥੇ ਮੌਜੂਦ ਹੈ, ਪਰ ਮਹਾਰਾਜ ਨੇ ਇੱਕ ਗੱਲ ਆਖੀ ਸੀ, ਕਹਿ ਲੱਗੇ ਅਸੀਂ ਗੁਰੂ ਨਾਨਕ ਦੀ ਬਾਣੀ ਆਰੰਭ ਕਰਨ ਲੱਗੇ ਆ। ਜਦੋਂ ਅਸੀਂ ਬਾਣੀ ਸੰਪੂਰਨ ਕਰ ਲਈਏ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਨਵਾ ਲਈ, ਫਿਰ ਤੁਸੀਂ ਤਲਵਾਰ ਚਲਾ ਸਕਦੇ ਹੋ। ਸਤਿਗੁਰੂ ਮਹਾਰਾਜ ਜੀ ਨੇ ਫਿਰ ਚਾਂਦਨੀ ਚੌਂਕ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ। ਜਦੋਂ ਮਹਾਰਾਜ ਸ਼ਲੋਕ ਪੜ੍ਹ ਕੇ ਗੁਰੂ ਨਾਨਕ ਦੇ ਚਰਨਾਂ 'ਚ ਨਮਸਕਾਰ ਕੀਤੀ, ਉਸ ਤੋਂ ਬਾਅਦ ਵਿੱਚ ਤਲਵਾਰ ਚਲਾਈ ਗਈ ਤੇ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ। ਠੀਕਰ ਹੋਰ ਦਲੀਸ ਸਿਰ ਪ੍ਰਭਪੁਰ ਕੀਆ ਬਿਆਨ, ਤੇਗ ਬਹਾਦਰ ਸੀ ਗਿਰਿਆ ਕਰਹੀ ਨਾ ਤਿਨਹੂ ਆਨ। ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਕ, ਹੈ ਸਭ ਜਗ ਪਇਓ ਜੈ 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 ਸੁਰਲੋਕ। ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਹੋਈ ਆ। ਜਪਜੀ ਸਾਹਿਬ ਮਹਾਰਾਜ ਪੜ੍ਹਦੇ ਪਏ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚੋਜ ਵੀ ਅਨੇਕਾਂ ਤੇ ਨਿਆਰੇ ਵੀ ਸਨ। ਬਚਿੱਤਰ ਨਾਟਕ ਤੇ ਸਤਿਗੁਰੂ ਮਹਾਰਾਜ ਇੱਕ ਵਾਰੀ ਲਿਖਦੇ ਆ, ਪਰ ਮਹਾਰਾਜ ਚੋਜੀ ਪ੍ਰੀਤਮ ਐਸੇ ਸੀ ਕਿ ਸਾਰੀ ਜ਼ਿੰਦਗੀ ਉਹਨਾਂ ਦੀ, ਸਾਰਾ ਜੀਵਨ ਹੀ ਬਚਿੱਤਰ ਨਾਟਕਾਂ ਨਾਲ ਭਰਿਆ। ਮਹਾਰਾਜ ਜੀ ਦੇ ਦਰਬਾਰ ਦੇ ਵਿੱਚ 52 ਕਵੀ ਰਹਿੰਦੇ ਨੇ। ਹਰ ਇੱਕ ਕਵੀ ਜਿਹੜਾ ਹੈ ਬਹੁਤ ਸਿਆਣਾ ਤੇ ਵਿਦਵਾਨ ਹੈ। ਇੱਕ ਦਿਨ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਦਿਨ ਉਧਰੋਂ ਘੋੜਾ ਤਿਆਰ ਕਰਵਾਇਆ। ਮਹਾਰਾਜ ਜਾਣ ਦੀ ਤਿਆਰੀ ਵਿੱਚ ਨੇ। ਬਹੁਤ ਸਾਰੇ ਸਿੱਖ ਤੇ ਵਿਦਵਾਨ ਉੱਥੇ ਖਲੋਤੇ ਆ। ਸਤਿਗੁਰੂ ਮਹਾਰਾਜ ਕਹਿੰਦੇ ਭਈ ਇੱਕ ਕੰਮ ਕਰੋ ਅੱਜ, ਕਿ ਅਸੀਂ ਘੋੜੇ ਤੇ ਬੈਠਣ ਲੱਗੇ ਆ, ਰਕਾਬ 'ਚ ਪੈਰ ਧਰਨਾ ਹੈ, ਤੇ ਰਕਾਬ 'ਚ ਪੈਰ ਧਰ ਕੇ ਜਿੰਨੇ ਕੁ ਚਿਰ 'ਚ ਅਸੀਂ ਬੈਠਦੇ ਆ, ਇੰਨੇ ਕੁ ਚਿਰ 'ਚ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਕਰਕੇ ਸੁਣਾਵੇ। ਹੁਣ ਸਾਰੇ ਵਿਦਵਾਨ ਜਿਹੜੇ ਵੱਡੇ ਵੱਡੇ ਗ੍ਰੰਥ ਪੜ੍ਹਨ ਵਾਲੇ, ਉਹ ਕਹਿੰਦੇ ਕਿ ਇੰਨੇ ਚਿਰ 'ਚ ਕਿਵੇਂ ਅਰਥ ਹੋ ਸਕਦੇ ਆ। ਉੱਥੇ ਘੋੜਿਆਂ ਨੂੰ ਜਿਹੜਾ ਸਾਂਭ ਸੰਭਾਲ ਕਰਨ ਵਾਲਾ ਭਾਈ ਧੰਨਾ, ਤੁਸੀਂ ਕਿਤੇ ਤਰਨ ਤਾਰਨ ਤੋਂ ਜਾਓ ਹਰੀਕੇ ਵੱਲ ਨੂੰ ਤੇ ਨੌਸ਼ਹਿਰਾ ਪੰਨੂਆ ਇੱਕ ਪਿੰਡ ਆਉਂਦਾ, ਨਗਰ ਹੈ, ਉਸ ਨਗਰ ਦੇ ਰਹਿਣ ਵਾਲੇ ਸੀ ਭਾਈ ਧੰਨਾ, ਤੇ ਉਹਨਾਂ ਘੋੜਿਆਂ ਦੀ ਸੇਵਾ ਸੰਭਾਲ ਕਰਨੀ। ਭਾਈ ਧੰਨਾ ਘੋੜਿਆਂ ਦੀ ਸੇਵਾ ਸੰਭਾਲ ਕਰਦਿਆਂ ਬਾਅਦ ਮਹਾਰਾਜ ਜੀ ਦਾ ਹੁਕਮ ਜਿਵੇਂ ਸੁਣਿਆ, ਉਹ ਵੀ ਆ ਕੇ ਖੜੇ ਹੋ ਕੇ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਤੇ ਮੈਂ ਸੁਣਾ ਦਿੰਦਾ। ਸਤਿਗੁਰੂ ਮਹਾਰਾਜ ਮੁਸਕਰਾਏ, ਕਹਿੰਦੇ ਹਾਂ ਠੀਕ, ਮੈਂ ਬੈਠਣ ਲੱਗਿਆ। ਫਿਰ ਸਤਿਗੁਰੂ ਮਹਾਰਾਜ ਨੇ ਰਕਾਬ ਦੇ ਵਿੱਚ ਪੈਰ ਰੱਖਿਆ ਤੇ ਮਹਾਰਾਜ ਬੈਠਣ ਲੱਗੇ, ਤੇ ਭਾਈ ਧੰਨਾ ਜੀ ਹੱਥ ਜੋੜ ਕੇ ਆਖਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਮਹਾਰਾਜ ਮੁਸਕਰਾਏ। ਮਹਾਰਾਜ ਕਹਿੰਦੇ ਨਿਹਾਲ ਨਿਹਾਲ ਨਿਹਾਲ। ਹੁਣ ਸਾਰੇ ਵਿਦਵਾਨ ਸੋਚਦੇ ਨੇ, ਕਹਿੰਦੇ ਨੇ ਅਰਥ ਤੇ ਕੀਤੇ ਕੋਈ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਇੱਕ ਜਿਹੜਾ ਓੰਕਾਰ ਹੈ, ਇਹਦੇ ਦੁਆਲੇ ਸਾਰਾ ਜਪਜੀ ਸਾਹਿਬ ਪਰਿਕਰਮਾ ਕਰਦਾ ਹੈ, ਤੇ ਸਾਰੇ ਜਪਜੀ ਸਾਹਿਬ ਦੀ ਵਿਆਖਿਆ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਸਮੁੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਆਖਿਆ ਇੱਕ ਓੰਕਾਰ ਸਤਿਗੁਰ ਦਾ ਮੂਲ ਮੰਤਰ ਜਿਹੜਾ ਅਸੀਂ ਪੜ੍ਹਦੇ ਆ, ਇਸ ਸਮੁੱਚੇ ਮੂਲ ਮੰਤਰ ਦੀ ਵਿਆਖਿਆ ਸਾਰਾ ਜਪਜੀ ਸਾਹਿਬ ਕਰੇਗਾ, ਤੇ ਸਾਰੇ ਜਪਜੀ ਸਾਹਿਬ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਕਰਦੀ ਆ। ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਬੜੀਆਂ ਕਿਰਪਾ ਕੀਤੀਆਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਵਾਰੀ ਕਸ਼ਮੀਰ ਗਏ ਆ ਜੀ।
महाराज कश्मीर जाते आ ते सच्चे पातशाह महाराज कश्मीर की धरती ते संगत ने बेनती की कि छेवें पातशाह गुरु हरगोबिंद साहब महाराज तुसी किरपा करो, जिवें गुरु नानक करतारपुर जपजी कथा करते सी, तुसी किरपा करके सानू जपजी साहब की कथा सुनाओ। गुरु हरगोबिंद साहब महाराज ने फिर उत्थे आप जपजी साहब की कथा की ते सच्चे पातशाह महाराज कथा की जिस दिन समाप्ति की, संगत ने धन गुरु हरगोबिंद साहब महाराज जी के चरणों से नमस्कार करके क्या महाराज असी धन होए, आप जी ने जपजी साहब के अर्थ पढ़ा दिते ने, ते सानू की पता कि किन्ने असी अपनी मत अनुसार अर्थ करने सी। गुरु हरगोबिंद साहब महाराज कहते ने सच करके जानियो, जो मैं अर्थ जपजी साहब दे कीते ए मेरी मत हो सकती है। गुरु हरगोबिंद साहब महाराज कहते जपजी दे अर्थ केवल जपजी उच्चारण करने वाला जानता है। जपजी गुरु नानक देव महाराज जी का हिरदा है ते जपजी दे अर्थ भी गुरु नानक जानता है। पर सतगुरु महाराज देखो अज भी इतिहासकार विद्वान सज्जन कोई व्याकरण दे राही, कोई भावना दे राही, कोई श्रद्धा विच टेक करके, कोई तर्क बुद्धि रख करके हर किसी ने जपजी साहब दे अर्थ कीते ते एक दे अर्थ जिहड़े ने वो दूसरे नाल मेल नहीं खांदे। एक दे अर्थ दूसरा टीका 100 तो ऊपर टीके हो चुके ने। रजनीश ने किया, मलोबा भावे ने किया, मस्कीन साहब ने किया, भाई वीर सिंह ने किया, प्रोफैसर साहब सिंह ने किया, निर्मलिया ने किया, उदासिया ने किया, बहुत सारे महापुरखा संतां भगतां ने किया। सतगुरु महाराज भाई मनी सिंह ने टीका किया, जिहड़ा भाई संतोख सिंह जी ने गर्भगंजनी उन्होंने टीका किया। सो जपजी साहब के बहुत सारे टीके होए ते एक दे अर्थ पढ़ो फिर दूसरा पढ़ो, एक दे नाल दूजा मेल नहीं खाएगा। पर सतगुरु महाराज कहते ने आप अपनी बुद्ध है देती, वर्णत भिन्न भिन्न तुहें देती। महाराज कहते बुद्धि अपनी, पर महाराज कहते वो तेरा एडा वड्डा विशाल समुंदर किहड़ा है जिहड़ा उनका अंत पा सकता है। पर जिंदे कोल भी सी वो ज्ञान वो तेरा ही दिता सी, तेरे ज्ञान दे नाल उन्होंने तेरा उच्चारण किया, तेरी वडियाई की। ये सारे ही ठीक ने, पर सच्चे पातशाह महाराज धन गुरु नानक देव जी जो तुसी बोले, जो अर्थ तुसी कीते वो होर कोई नहीं कर सकिया। आपां हुण कोशिश चलो करनी है, पर सच्चे पातशाह महाराज जिन्नी क बुद्धि उस हिसाब नाल अर्थ कर सकते हैं। पर जपजी साहब के अर्थ केवल गुरु नानक कर सकते हैं। जपजी गुरु नानक का हिरदा है। डॉक्टर जसवंत सिंह नेकी उन्होंने बड़े प्यार दे नाल लिखिया, कहंदे जदों तुसी जपजी साहब का पाठ करते हो, जदों तुसी जपजी साहब का पाठ करते हो ना, आवाज धुनी तुहाडी हुंदी है। स्रोत जदों तुसी बोलोगे साउंड जिहड़ा है वो तुहाडा होवेगा, तुहाडे साउंड दे विचों गुरु नानक देव बोलदे पए हुंदे ने। जपजी साहब जदों असीं पढ़ांगे ये साडी बाणी थोड़ी है, ये साडे अखर शब्द थोड़ी ने। जदों असीं केवल असीं बोलते पे आ ते जदों असीं बोलते पे इनका अर्थ है कि गुरु नानक देव महाराज साडी रसना तो बोलते पे ने। जपजी साहब दे विच इन्नी क बख्शिश आ कि गुरु हरराय साहब सच्चे पातशाह महाराज कीरतपुर साहब की धरती ते भाई गोंदा जी वो काबुल की धरती ते ने। हुण देखो गुरु इन्ना क समय नूं जिहड़ा बन के रख दिंदा। असीं तां समय 'च गल करदे ना कि इत्थे, पर महाराज कहंदे ने कि तू शरधा ते भावना नाल बैठी, सुरत दी उडारी इन्नी दूर लैके जांदी आ, एक खिन दे विच तू कोहां समुंदरां तो भी दूर जा सकदा है। महाराज जी दी बाणी विच असीं रोजाना पढ़दे आ, उड्डे ऊड़ आवे सै कुसा तिस पाछे बचरे शरिया, तिन कवन खिलावे कवन जगावे मन में सिमरन करिया। हुण कोई इंग्लैंड की धरती ते बैठा सुरत करके हरमंदर साहब के दर्शन कर लैंदा है। भावना है ना कि टिक करके चौंकड़ा मार के बैठे, भावना पूरी करते बड़े ढंग ने। हुण जिन्हां ने उत्थे दर्शन कीते आ ना हरमंदर साहब दे, हुण वो की करदे जदों मन दे विच विराग आउंदा वो चौंकड़ा मार के बैठदे ने, अखां बंद करदे ने ते इवें महसूस करदे अपने आप नूं कि जिवें असीं हरमंदर साहब पहुंच गए आ। पहुंचण तो बाद परिक्रमा दे विच मत्था टेकिया, मत्था टेक के परिक्रमा दे विच सतगुरु महाराज जी की परिक्रमा कीती, दर्शनी जोड़ी विच गए, सतगुरु महाराज जी दे अंदर दरबार च दर्शन कीते
ਇਸੇ ਭਾਵਨਾ ਦੇ ਨਾਲ ਉਹ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਕੇਵਲ ਸੁਰਤ ਕਰਕੇ ਆ ਜਾਂਦੇ ਆ। ਭਾਈ ਗੋਂਦਾ ਦੇਖੋ, ਸੁਰਤ ਕਰਕੇ ਸਰੀਰ ਕਰਕੇ ਕਾਬਲ ਬੈਠੇ ਆ, ਪਰ ਸੁਰਤ ਕਰਕੇ ਕੀਰਤਪੁਰ ਸਾਹਿਬ ਪਹੁੰਚ ਗਏ ਆ। ਸਤਿਗੁਰੂ ਮਹਾਰਾਜ ਜੀ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਜੀਵਨ ਬਹੁਤ ਪਿਆਰਾ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਹਿੰਦੇ ਨੇ ਜਿਹੜੀ ਕੁਦਰਤ ਹੈ, ਨੇਚਰ ਹੈ, ਉਹਨੂੰ ਬਹੁਤ ਪਿਆਰ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਇੰਨਾ ਕੁ ਕੋਮਲ ਕਿ ਜੇਕਰ ਫੁੱਲ ਵੀ ਟੁੱਟ ਕੇ ਡਿੱਗ ਪੈਂਦਾ ਏ ਤੇ ਮਹਾਰਾਜ ਸੱਚੇ ਪਾਤਸ਼ਾਹ ਉਦਾਸ ਹੋ ਜਾਂਦੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ 100 ਕਲੀਆਂ ਦਾ ਚੋਲਾ ਪਹਿਨਿਆ ਕਰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਾਦਾ ਜੀ, ਉਹਨਾਂ ਨੇ 52 ਕਲੀਆਂ ਦਾ ਪਹਿਨਿਆ, ਤੇ ਪੋਤਰਾ ਜਿਹੜਾ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਹਨ, ਉਹ 100 ਕਲੀਆਂ ਦਾ ਚੋਲਾ ਪਹਿਨਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 100 ਘੜੇ ਦਾ ਇਸ਼ਨਾਨ ਵੀ ਕਰਨਾ। ਮਹਾਰਾਜ ਜੀ ਦਾ ਜੀਵਨ ਜਿਹੜਾ ਸੀ, ਇੱਕ ਮਹਾਰਾਜ ਨੇ ਮਰਿਆਦਾ ਬਣਾਈ ਕਿ ਪ੍ਰਸ਼ਾਦਾ ਸਵੇਰੇ ਛਕਣਾ ਤੇ ਫਿਰ ਦਿਨ ਢੱਲੇ ਛਕਣਾ। ਮਹਾਰਾਜ 2 ਸਮੇਂ ਕੇਵਲ ਪ੍ਰਸ਼ਾਦਾ ਛਕਦੇ, ਤੇ ਸਤਿਗੁਰੂ ਮਹਾਰਾਜ ਜਿੱਦਣ ਸਵੇਰੇ ਬੈਠੇ, ਸਿੱਖ ਨੇ ਉਧਰੋਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਮਨ ਇੰਨਾ ਕੁ ਗੁਰੂ ਦੇ ਪਿਆਰ ਦੇ ਵਿੱਚ ਭਿੱਜ ਗਿਆ। ਹੁਣ ਜਿਹੜੇ ਸਿੱਖ ਅੱਜ ਵੀ ਕਈ ਜਾਂਦੇ ਨੇ, ਹਰਿਮੰਦਰ ਸਾਹਿਬ ਜਾਣਗੇ, ਗੁਰੂ ਕੇ ਸਥਾਨਾਂ ਤੇ ਜਾਣਗੇ, ਤੇ ਉਹ ਕਹਿਣਗੇ ਕਿ ਜੀ ਚਲੇ ਗਏ ਆ ਤੇ ਮਨ ਕਰਦਾ ਕਿ ਵਾਪਸ ਹੀ ਨਾ ਇੱਥੋਂ ਆਈਏ। 2-2 4-4 ਦਿਨ ਹਫ਼ਤਾ ਉੱਥੇ ਰਹਿ ਕੇ ਬਾਣੀ ਦਾ ਆਨੰਦ ਲੈਣਗੇ, ਸੇਵਾ ਦੇ ਵਿੱਚੋਂ ਆਨੰਦ ਲੈਣਗੇ। ਤੇ ਪਹਿਲਾਂ ਵੀ ਸਿੱਖ ਇਵੇਂ ਹੀ ਕਰਦੀ ਸੀ ਕਿ ਸਿੱਖਾਂ ਨੇ ਜਦੋਂ ਦੂਰੋਂ ਚੱਲ ਕੇ ਆਉਣਾ, ਕੋਈ ਕਾਬਲ ਤੋਂ ਚੱਲ ਕੇ ਆਇਆ, ਕੋਈ ਕੰਧਾਰ ਤੋਂ ਚੱਲ ਕੇ ਆਇਆ, ਕੋਈ ਕਸ਼ਮੀਰ ਤੋਂ ਚੱਲ ਕੇ ਆਇਆ, ਕੋਈ ਸ਼੍ਰੀਲੰਕਾ ਤੋਂ ਚੱਲ ਕੇ ਆਉਂਦੇ ਆ, ਬਹੁਤ ਦੂਰ ਥਾਵਾਂ ਤੋਂ ਚੱਲ ਕੇ ਆਉਂਦੇ ਨੇ ਸਿੱਖ। ਤੇ ਜਦੋਂ ਆਉਣਾ ਫਿਰ ਉਹਨਾਂ ਕਹਿਣਾ ਹੁਣ ਖੁੱਲੇ ਦਰਸ਼ਨ ਕਰਨੇ ਮਹਾਰਾਜ ਜੀ ਦੇ, ਖੁੱਲਾ ਸਮਾਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਰਹਿਣਾ, ਸਤਿਗੁਰੂ ਮਹਾਰਾਜ ਜੀ ਤੋਂ ਬਾਣੀ ਸੁਣਨੀ, ਸਤਿਗੁਰੂ ਮਹਾਰਾਜ ਜੀ ਤੋਂ ਬਹੁਤ ਸੁੰਦਰ ਜੀਵਨ ਦਾ ਜਿਹੜੀਆਂ ਵਿਚਾਰਾਂ ਉਧਾਰ ਕਰਦੀਆਂ ਨੇ, ਜਿਨ੍ਹਾਂ ਵਿਚਾਰਾਂ ਦੇ ਨਾਲ ਸਤਿਆਰੇ ਸਿੱਖ ਬਣੀਦਾ ਏ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਉਹ ਕਾਲ ਕਮਾਈ ਕਰਨੀ, ਤੇ ਜਦੋਂ ਜਾਣਾ ਉਦੋਂ ਵੀ ਮਨ ਦੇ ਵਿੱਚ ਹੋਣਾ ਕਿ ਆ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਜਿਹੜੇ ਨੇ ਉਹ ਸੁਰਤ ਕਰਕੇ ਟਿਕ ਕਰਕੇ ਕਰ ਸਕੀਏ। ਭਾਈ ਗੋਂਦਾ ਜੀ, ਉਹ ਦੇਖੋ ਕਾਬਲ ਦੀ ਧਰਤੀ ਤੇ ਬੈਠਿਆ, ਉਹਨਾਂ ਨੇ ਜਪਜੀ ਸਾਹਿਬ ਆਰੰਭ ਕੀਤਾ, ਤੇ ਜਪਜੀ ਪੜ੍ਹਦਿਆਂ ਇੰਨੀ ਕੁ ਸੁਰਤ ਜਿਹੜੀ ਸੀ ਗੁਰੂ ਕੇ ਚਰਨਾਂ ਵਿੱਚ ਲੀਨ ਹੋਈ। ਪੜ੍ਹ ਕੇ ਬਾਣੀ ਜਿਵੇਂ ਨਮਸਕਾਰ ਕੀਤੀ ਤੇ ਚਰਨ ਫੜੇ ਸਤਿਗੁਰੂ ਮਹਾਰਾਜ ਜੀ ਦੇ, ਤੇ ਅੰਦਰ ਜਿਹੜਾ ਸੀ ਟਿਕ ਗਿਆ। ਟਿਕੇ ਮਨ ਦੇ ਨਾਲ ਸੁਰਤ ਟਿਕ ਗਈ, ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਫੜ ਕੇ ਬਸ ਉਸੇ ਤਰ੍ਹਾਂ ਲੰਮਾ ਸਮਾਂ ਜਿਹੜਾ ਸੀ ਉਹ ਟਿਕੇ ਰਹੇ। ਉਧਰੋਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਿੱਖ ਆ ਕੇ ਬੇਨਤੀ ਕਰਦੇ, ਮਹਾਰਾਜ ਪ੍ਰਸ਼ਾਦਾ, ਮਹਾਰਾਜ ਰੋਕ ਦਿੰਦੇ ਆ। ਸਿੱਖਾਂ ਨੂੰ ਪਤਾ ਸੀ ਮਹਾਰਾਜ ਸਵੇਰ ਦਾ ਪ੍ਰਸ਼ਾਦਾ ਛਕਿਆ, ਤੇ ਮਹਾਰਾਜ ਹੁਣ ਇੰਨਾ ਸਮਾਂ ਕਿਵੇਂ ਕੱਢਣ। ਮਹਾਰਾਜ ਨੂੰ ਫਿਰ ਆ ਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਫਿਰ ਰੋਕ ਦਿੱਤਾ। ਕਈ ਵਿਦਵਾਨ ਲਿਖਦੇ ਨੇ ਕਿ 4 ਪਹਿਰ ਸਤਿਗੁਰੂ ਮਹਾਰਾਜ ਚੌਕੜਾ ਮਾਰ ਕੇ ਬੈਠੇ ਰਹੇ। ਜਦੋਂ ਮਹਾਰਾਜ ਉੱਠੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖ ਆਖਦੇ ਨੇ, ਮਹਾਰਾਜ ਪ੍ਰਸ਼ਾਦੇ ਦਾ ਸਮਾਂ ਹੀ ਲੰਘਾ ਦਿੱਤਾ, ਤੁਸੀਂ ਇੰਨਾ ਚਿਰ ਚੌਕੜਾ ਮਾਰ ਕੇ ਬੈਠੇ ਰਹੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਸਲ 'ਚ ਚੌਕੜਾ ਤੇ ਮਾਰਿਆ ਸੀ, ਅਸੀਂ ਉੱਠਣ ਲੱਗੇ ਸੀ ਤੇ ਸਾਡਾ ਕੋਈ ਚਰਨ ਫੜ ਕੇ ਬੈਠ ਗਿਆ, ਸਾਡੇ ਪੈਰਾਂ ਨੂੰ ਫੜ ਕੇ ਬੈਠਿਆ। ਕਹਿੰਦੇ ਮਹਾਰਾਜ ਕੌਣ ਉੱਥੇ? ਤੇ ਕੋਈ ਨਹੀਂ। ਕਹਿੰਦੇ ਸਾਡਾ ਸਿੱਖ ਭਾਈ ਗੋਂਦਾ ਫੜ ਕੇ ਬੈਠਾ ਸੀ। ਕਹਿੰਦੇ ਉਹ ਤੇ ਕਾਬਲ ਵਿੱਚ ਆ। ਮਹਾਰਾਜ ਕਹਿੰਦੇ ਹਾਂ ਬਸ ਉੱਥੇ ਹੀ ਬੈਠਾ ਸੀ ਫੜ ਕੇ, ਸਾਡਾ ਮਨ ਨਹੀਂ ਕੀਤਾ ਕਿ ਉਹਦੀ ਸੁਰਤ ਜੁੜੀ ਹੋਈ ਏ ਤੇ ਉਸ ਸੁਰਤੀ ਨੂੰ ਅਸੀਂ ਤੋੜੀਏ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਜਦੋਂ ਕਿਹਾ ਤੇ ਕਈ ਤਰਕ ਵਾਲੇ ਆਖਣਗੇ, ਉਹ ਕਹਿੰਦੇ ਇਹ ਕਿਵੇਂ? ਪਰ ਜਦੋਂ ਫਿਰ ਸਿੱਖ ਦਰਸ਼ਨ ਕਰਨ ਵਾਸਤੇ ਆਏ, ਭਾਈ ਗੋਂਦਾ ਜੀ ਵੀ ਆਉਂਦੇ ਨੇ, ਤੇ ਸਤਿਗੁਰੂ ਮਹਾਰਾਜ ਜੀ ਤੇ ਮਿਲਣ ਤੋਂ ਪਹਿਲਾਂ ਭਾਈ ਗੋਂਦੇ ਨੂੰ ਪੁੱਛਿਆ, ਇੱਧਰ ਤੁਸੀਂ ਕੀ ਕਰਦੇ ਪਏ ਸੀ? ਫਲਾਣੇ ਦਿਨ ਫਲਾਣੇ ਸਮੇਂ। ਉਹ ਕਹਿੰਦੇ ਗੁਰੂ ਨੇ ਬੜੀ ਕਿਰਪਾ ਕੀਤੀ, ਬਾਣੀ ਦਾ ਪਾਠ ਕੀਤਾ, ਇਵੇਂ ਲੱਗਿਆ ਕਿ ਮੈਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ ਹੈ, ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਫੜਿਆ ਹੋਇਆ ਹੈ, ਤੇ ਗੁਰੂ ਕੇ ਚਰਨਾਂ ਦੇ ਵਿੱਚ ਸੀਸ ਰੱਖਿਆ। ਪਤਾ ਹੀ ਨਹੀਂ ਲੱਗਿਆ ਕਿ ਸਮਾਂ ਕਿਵੇਂ ਲੰਘ ਗਿਆ ਤੇ ਕਿੰਨਾ ਲੰਘ ਗਿਆ। ਸਿੱਖਾਂ ਦੇ ਅੰਦਰ ਹੋਰ ਸ਼ਰਧਾ ਪੱਕੀ ਹੋਈ ਕਿ ਸੁਰਤ ਦੇ ਨਾਲ ਵੀ ਗੁਰੂ ਦੇ ਚਰਨ ਫੜ ਲਈਦੇ ਨੇ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਪਜੀ ਸਾਹਿਬ ਜਿਹੜਾ ਹੈ ਇਹ ਗੁਰੂ ਦਾ ਹਿਰਦਾ ਹੈ। ਇੱਕ ਅੰਗਰੇਜ਼ ਵਿਦਵਾਨ ਹੋਇਆ ਸਿਗਮੰਡ ਫਰਾਇਡ, ਉਹ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਬਾਰੇ ਲਿਖਦਾ ਹੈ, ਕਹਿੰਦੇ ਜਦੋਂ ਮੈਂ ਜਪਜੀ ਸਾਹਿਬ ਪੜ੍ਹਦਾ ਹੈ ਨਾ,
ਤੇ ਮੈਨੂੰ ਐਵੇਂ ਮਹਿਸੂਸ ਹੁੰਦਾ ਕਿ ਜਪਜੀ ਸਾਹਿਬ ਵਿੱਚੋਂ ਬਾਹਾਂ ਗੁਰੂ ਨਾਨਕ ਦੀਆਂ ਨਿਕਲਦੀਆਂ ਹੋਣ ਤੇ ਉਹ ਬਾਹਾਂ ਮੈਨੂੰ ਇਹ ਆਖਦੀਆਂ ਹੋਣ ਕਿ ਆ ਫਰਾਈਡ ਮੈਂ ਤੈਨੂੰ ਆਪਣੇ ਸੀਨੇ ਦੇ ਨਾਲ ਲਾ ਲਵਾਂ। ਅਸੀਂ ਭਾਵਨਾ ਦੇ ਨਾਲ ਪੜ੍ਹਨਾ ਤੇ ਸ਼ੁਰੂ ਕਰੀਏ, ਮਹਿਸੂਸ ਕਰੀਏ ਕਿ ਭਾਈ ਜਿਵੇਂ ਝੰਡਾ ਬਾਡੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਾਂਦੇ ਨੇ ਅਸਾਮ ਬੰਗਾਲ ਵਾਲੇ ਪਾਸੇ, ਭਾਈ ਝੰਡੇ ਦੇ ਕੋਲ ਗਏ। ਭਾਈ ਝੰਡੇ ਨੇ ਆਖਿਆ ਮਹਾਰਾਜ ਬਾਣੀ ਪੜ੍ਹਦੇ ਆ ਤੇ ਆਨੰਦ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਹੁਣ ਪੜੋ। ਭਾਈ ਝੰਡੇ ਬਾਡੀ ਨੇ ਪਾਠ ਕੀਤਾ, ਬਾਣੀ ਪੜ੍ਹੀ, ਫਿਰ ਹੱਥ ਜੋੜ ਕੇ ਆਖਦਾ ਮਹਾਰਾਜ ਅੱਜ ਜਿੰਨਾ ਆਨੰਦ ਆਇਆ ਪਹਿਲੋਂ ਕਦੀ ਨਹੀਂ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਅੱਜ ਕਿਉਂ ਆਇਆ? ਮਹਾਰਾਜ ਤੁਹਾਡੇ ਸਾਹਮਣੇ ਬੈਠ ਕੇ ਪੜ੍ਹੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਗੁਰੂ ਕਦੀ ਗੈਰ ਹਾਜ਼ਰ ਨਹੀਂ, ਜਿੱਥੇ ਵੀ ਬਾਣੀ ਪੜੋਗੇ ਗੁਰੂ ਉੱਥੇ ਹਾਜ਼ਰ ਹੋਵੇਗਾ। ਤੇ ਹਰ ਵੇਲੇ ਇਹ ਮਹਿਸੂਸ ਕਰਕੇ ਪੜ੍ਹਨੀ ਕਿ ਮੇਰੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਾਣੀ ਸੁਣਦੇ ਪਏ ਨੇ ਤੇ ਮੈਂ ਸਤਿਗੁਰਾਂ ਨੂੰ ਸੁਣਾਉਂਦਾ। ਇਸ ਸ਼ਰਧਾ ਤੇ ਭਾਵਨਾ ਦੇ ਨਾਲ ਸੁਣਾਉਣੀ, ਇਸ ਤਰੀਕੇ ਦੇ ਨਾਲ ਪੜ੍ਹਨੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਾਡਾ ਹਿਰਦਾ ਜਿਹੜਾ ਹੈ ਉਹ ਬਾਣੀ ਦੇ ਨਾਲ ਟਿਕ ਸਕੇ 2-4 ਮਿੰਟ ਵਾਸਤੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਾਰ-ਬਾਰ ਇਹਦੇ ਚ ਨਾਮ ਦੀ ਗੱਲ ਕਰਨੀ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਮਹਾਰਾਜ ਨੇ ਕਹਿਣਾ ਜਾਪੋ ਜਪੋ ਪੜੋ। ਸੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰਨ। 2-4 ਮਿੰਟ ਵਾਸਤੇ ਆਓ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ, ਫਿਰ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਖੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਿਰਪਾ ਕਰਿਓ 2-4 ਮਿੰਟ ਵਾਸਤੇ ਆਪਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ ਜੀ। ਵਾਹਿਗੁਰੂ 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 ਆਖੋ ਸਤਿਨਾਮ ਸ਼੍ਰੀ ਗੁਰੂ ਕਿਰਪਾ ਕਰੇ ਸਾਡਾ ਹਿਰਦਾ ਬਾਣੀ ਦੇ ਨਾਲ ਜੁੜੇ, ਅਸੀਂ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਨਾ ਆਰੰਭ ਕਰੀਏ। ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਹੋਵੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਕੱਲ ਤੋਂ ਸਤਿਗੁਰ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਆਪਾਂ ਅਖਰੀ ਅਰਥ ਜਿਹੜੇ ਨੇ ਉਹ ਸਤਿਗੁਰ ਮਹਾਰਾਜ ਜੀ ਦੀ ਕਿਰਪਾ ਨਾਲ ਪ੍ਰਾਰੰਭ ਕਰਾਂਗੇ ਜੀ।
ਬਲਾਓ ਫਤਿਹ ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। एक ਮਿੰਟ ਗੁਰੂ ਪਿਆਰੇ ਸਾਹਿਬ ਸੰਗਤ ਜੀ, ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਜੀ ਗੋਲ ਵਿੱਚ ਬੈਠੀ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਅਮਰਿੰਦਰ ਸਿੰਘ ਜੀ, ਜੋ ਕਥਾਵਾਚਕ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਇਸ ਪਾਵਨ ਸਥਾਨ ਤੇ ਪੁੱਜੇ ਹਨ ਅਤੇ ਬਹੁਤ ਹੀ ਵੱਡੇ ਭਾਗ ਹਨ ਸਾਡੇ ਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸਾਨੂੰ ਇੱਕ ਸਮਾਂ ਦਿੱਤਾ ਜੋ ਅਸੀਂ ਇਸ ਲਾਇਕ ਹੋਈਏ, ਜੋ ਐਸੇ ਵਿਦਵਾਨ, ਐਸੇ ਕਥਾਵਾਚਕ ਜਿਨ੍ਹਾਂ ਨੇ ਬਾਣੀ ਦੀ ਖੋਜ ਕੀਤੀ ਅਤੇ ਇਹਨਾਂ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਸਾਨੂੰ ਸਮਝਾਇਆ। ਜਿਸ ਤਰ੍ਹਾਂ ਕਿ ਸਾਨੂੰ ਭੁੱਖ ਲੱਗਦੀ ਹੈ, ਸਭ ਤੋਂ ਪਹਿਲਾਂ ਸਾਨੂੰ ਖਾਣਾ ਬਣਾਉਣਾ ਪੈਂਦਾ ਹੈ, ਫਿਰ ਖਾਣਾ ਬਣਾ ਕੇ ਫਿਰ ਸਾਨੂੰ ਖਾਣਾ ਪੈਂਦਾ ਹੈ। ਗੁਰੂ ਸਾਹਿਬ ਦੀ ਇਤਨੀ ਬਖਸ਼ਿਸ਼, ਸਾਨੂੰ ਬਣਿਆ ਹੋਇਆ ਖਾਣਾ ਸਾਨੂੰ ਸਿਰਫ ਖਾਣ ਦੀ ਜ਼ਰੂਰਤ ਹੈ, ਜੋ ਭਾਈ ਸਾਹਿਬ ਬੜੇ ਹੀ ਚੰਗੇ ਤਰੀਕੇ ਨਾਲ ਸਾਨੂੰ ਸਮਝਾ ਰਹੇ ਹਨ। ਸੋ ਗੁਰੂ ਸਾਹਿਬ ਸਮਝਾਉਂਦੇ ਹਨ ਜਿਸ ਤਰ੍ਹਾਂ ਕਿ ਸਾਨੂੰ ਪੜ੍ਹਨ ਵਿੱਚ ਬਾਣੀ ਮੰਨ ਲੈਣਾ ਚਾਹੀਦਾ ਹੈ, ਉਸ ਤੋਂ ਵੱਧ ਸਮਾਂ ਸਾਨੂੰ ਸੁਣਨ ਵਿੱਚ ਲਗਾਉਣਾ ਚਾਹੀਦਾ ਹੈ, ਕਿਉਂਕਿ ਸੁਣਨ ਦੀ ਬਹੁਤ ਮਹਾਨਤਾ ਹੈ। ਅਗਰ ਕੋਈ ਆਦਮੀ ਕਹਿੰਦਾ ਹੈ ਕਿ ਮੈਂ 5 ਘੰਟੇ ਬੈਠ ਕੇ ਬਾਣੀ ਪੜ੍ਹੀ ਹੈ, ਅਸੀਂ ਮੰਨ ਸਕਦੇ ਹਾਂ। ਅਗਰ ਕੋਈ ਆਦਮੀ ਕਹਿੰਦਾ ਹੈ ਕਿ ਮੈਂ 2 ਘੰਟੇ ਬੈਠ ਕੇ ਬਾਣੀ ਸੁਣੀ ਹੈ, ਸੋ ਮੰਨਣ ਯੋਗ ਨਹੀਂ, ਕਿਉਂਕਿ ਜੋ ਮਨ ਹੈ ਉਹ ਸੁਣਨ ਵਿੱਚ ਨਹੀਂ ਟਿਕਦਾ। ਅਸੀਂ ਜਦੋਂ ਬੈਠੇ ਹੋਏ ਹਾਂ, ਕਦੀ ਸਾਡੀਆਂ ਲੱਤਾਂ ਥੱਕ ਜਾਂਦੀਆਂ ਹਨ, ਕਦੀ ਸਾਨੂੰ ਖਾਰਿਸ਼ ਹੋ ਜਾਂਦੀ ਹੈ, ਕਦੀ ਸਾਡਾ ਧਿਆਨ ਪਿੱਛੇ ਪਰਿਵਾਰ ਵੱਲ ਚਲਾ ਜਾਂਦਾ ਹੈ, ਕਦੀ ਵਪਾਰ ਵੱਲ ਚਲਾ ਜਾਂਦਾ ਹੈ। ਸੋ ਗੁਰੂ ਸਾਹਿਬ ਦੀ ਇਤਨੀ ਬਖਸ਼ਿਸ਼ ਹੋਈ ਹੈ ਜੋ ਐਸੇ ਵਿਦਵਾਨ ਜੋ ਇਸ ਪਾਵਨ ਸਥਾਨ ਤੇ ਪੁੱਜੇ ਹਨ। ਸੋ ਆਓ ਅਸੀਂ ਕੋਸ਼ਿਸ਼ ਕਰੀਏ ਇਹਨਾਂ ਦੀ ਕਥਾ ਦਾ ਲਾਹਾ ਲਈਏ ਤੇ ਹੋਰ ਵੀ ਜਿਹੜੀ ਸੰਗਤ ਅਸੀਂ ਜਿਨ੍ਹਾਂ ਨੂੰ ਜਾਣਦੇ ਹਾਂ ਉਹਨਾਂ ਨੂੰ ਵੀ ਦੱਸੀਏ ਕਿ ਭਾਈ ਸਾਹਿਬ 3 ਹਫ਼ਤੇ ਤੱਕ ਇਸ ਪਾਵਨ ਸਥਾਨ ਤੇ ਹਨ। ਸੋਮਵਾਰ, ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਸ਼ਾਮੀ 6:30 ਤੋਂ 7 ਵਜੇ ਤੱਕ ਅਤੇ ਐਤਵਾਰ ਸ਼ਾਮੀ 6:30 ਤੋਂ 7 ਵਜੇ ਤੱਕ ਇਸ ਪਾਵਨ ਸਥਾਨ ਤੇ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਇੱਕ ਵਾਰ ਫਿਰ ਦਰਬਾਰ ਭਾਈ ਸਾਹਿਬ ਭਾਈ ਅਮਰਿੰਦਰ ਸਿੰਘ ਜੀ ਕਥਾਵਾਚਕ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਸੋ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਦਾ ਇਤਨੀ ਬੇਨਤੀ ਪ੍ਰਵਾਨ ਕਰਨ को चुप्ती खिमा। वाहिगुरु जी का खालसा, वाहिगुरु जी की फतेह। तो दया के